ਦੇ ਤੇ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਕਦੇ ਬੇਅਦਬੀ ਨਾ ਹੁੰਦੀ। ਸਾਡਾ ਦੇਸ਼ ਹੁੰਦਾ, ਸਾਡੇ ਬਾਦਸ਼ਾਹ ਹੁੰਦੇ, ਸਾਡੇ ਵਜ਼ੀਰ ਹੁੰਦੇ, ਸਮਾਜਿਕ ਤੌਰ ਤੇ ਵੀ ਉਹਨਾਂ ਨੂੰ ਬੜਾ ਕੀਤਾ ਜਾਂਦਾ ਹੈ। ਹੁਣ ਤੁਸੀਂ ਪੁੱਛੋਗੇ ਸਮਾਜ देखो हाँ खोल दो जरा ਜਾਨੀ ਕਿ ਪੂਰਵ ਦੇ ਢੰਗਾਂ ਦੇ ਨਾਲ ਸਾਨੂੰ ਗੁਲਾਮ ਰੱਖਣ ਵਾਸਤੇ ਸਾਡੀ ਨਸਲ ਕੁਸ਼ੀ ਕਰਕੇ ਸਾਨੂੰ ਆਪਣੇ ਵਿੱਚ ਰਲਗੜ ਕੀਤਾ ਜਾ ਰਿਹਾ ਹੈ। ਜਿਹੜੀ ਗੱਲ ਮੋਦੀ ਨੇ ਕਹੀ ਕਿ ਹਿੰਦੂ ਰਾਸ਼ਟਰ ਬਣਾਉਣਾ, ਇਹਦਾ ਮਤਲਬ ਬਾਕੀ ਘੱਟ ਗਿਣਤੀਆਂ ਖਤਮ ਕਰ ਦਿੱਤੀਆਂ ਜਾਣਗੀਆਂ। ਇੱਥੇ ਨਾ ਮੁਸਲਮਾਨ ਮਿਲਣਗੇ, ਨਾ ਈਸਾਈ ਕੌਮ ਆਏਗੀ, ਨਾ ਇੱਥੇ ਹੋਰ ਘੱਟ ਗਿਣਤੀਆਂ ਰਹਿਣਗੀਆਂ। ਇਹ ਸਿੱਖਾਂ ਦੀ ਕਿੰਨਾ ਦਾ ਲੜ ਕੇ ਵਾਰਾ ਨਹੀਂ ਤੇ ਉਹਨਾਂ ਨੇ ਮਸਲ ਖੁਸ਼ੀ ਦਾ ਪ੍ਰੋਗਰਾਮ ਇੱਥੇ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਤੁਹਾਡੇ ਖਾਣ ਪੀਣ ਵਿੱਚ ਰਲੇ, ਤੁਹਾਡੇ ਪਾਣੀ ਵਿੱਚ ਰਲੇ, ਤੁਹਾਡੀ ਹਵਾ ਵਿੱਚ ਪ੍ਰਦੂਸ਼ਣ ਪੈਦਾ ਕੀਤਾ ਜਾ ਰਿਹਾ। ਜਦੋਂ ਪੀਣ ਵਾਲਾ ਪਾਣੀ ਚੰਗਾ ਨਾ ਮਿਲੇ, ਖਾਣ ਵਾਲੀ ਰੋਟੀ ਚੰਗੀ ਨਾ ਮਿਲੇ, ਵਾਤਾਵਰਨ ਸਾਫ ਸੁਥਰਾ ਨਾ ਮਿਲੇ, बागो कहता खीर ते कड़ा मैं बनाया है। गुरु नानक नू सब सीए सारा, एक पासे दुध निकले, दूजे पासे ने खून दिया धारा। एक पासे दुध निकले, बागो तेरे चिट विच महान हंकारिया, और तेरे कूड़ियां तो चंगा सानू लालू नाल चारिया। आगो तेरे जी का खालसा वाहिगुरू जी की फतेह। सो बहुत बहुत काले वीर जी का बहुत बहुत धन्यवाद जिन्होंने बहुत वधिया गुरसिख के इतिहास को कवितावां सुना के निवाज किया। बहुत इन्हों का धन्यवाद। संगतां नूं बेनती है कि जिहड़े भी मेरे वीर सारे बाहर बैठे आ, सारे लोगों सारे करो सरदार इमरान सिंह मान साहब इत्थे पहुँच रहे हैं, जो श्रोमणी कमेटी के संबंध में जमीर जमाने वास्ते। सो सारे उन्होंने आके विचार सुनिया ने। सो ये बेनती प्रवान करो। हुण श्रोमणी अकाली दल अमृतसर जिंदाबाद, श्रोमणी अकाली दल अमृतसर जिंदाबाद, सरदार सिमरनजीत सिंह मान जिंदाबाद, सरदार सिमरनजीत सिंह मान जिंदाबाद, सरदार सिमरनजीत सिंह मान जिंदाबाद, सरदार इमान सिंह मान जिंदाबाद, श्रोमणी अकाली दल अमृतसर जिंदाबाद, दीप सिद्धू जिंदाबाद, सिद्धू मूसेवाला जिंदाबाद, सिद्धू मूसेवाला जिंदाबाद, संत जरनैल सिंह खालसा पिंडरांवाले जिंदाबाद, संत जरनैल सिंह खालसा पिंडरांवाले जिंदाबाद, श्रोमणी अकाली दल अमृतसर जिंदाबाद, श्रोमणी अकाली दल अमृतसर बोले सो निहाल। हुण सरदार इमान सिंह मान ਤੁਹਾਡੇ ਨਾਲ ਵਿਚਾਰਾਂ ਰੱਖਾਂਗੇ। ਸੋ ਸਾਰਿਆਂ ਸੰਗਤਾਂ ਨੂੰ ਬੇਨਤੀ ਆ ਕਿ ਇਹ ਵਿਚਾਰਾਂ ਜਿਹੜੀਆਂ ਸਾਰਿਆਂ ਨੇ ਇੱਕ ਮਾਂ ਦੇ ਚਿੱਤ ਹੋ ਕੇ ਸਾਰਿਆਂ ਨੇ ਸੁਣਿਆ। श्री अकाल ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। लो एक और रखे तारपुरा जी प्लीज काका जी
ਸਾਨੂੰ ਅਖਬਾਰ ਵਾਚ ਕਰ ਰਹੇ ਨੇ, ਆਪਣੇ ਕਰੋ ਜਿਹੜੀਆਂ ਮਰਜ਼ੀ ਤੁਸੀਂ। ਮੇਰੀ ਬੇਨਤੀ ਹੈ ਸਤਿਕਾਰਯੋਗ ਸੰਗਤ ਜੀ, ਉਹ ਵੀ ਪੀਟੀਸੀ ਨੂੰ ਚੈਨਲ ਨੂੰ ਹੱਕ ਦਿੱਤੇ ਹੋਏ ਆ। ਅੱਜ ਬਾਦਲ ਪਰਿਵਾਰ ਉਹ ਬਾਣੀ ਦਾ, ਉਹ ਕੀਰਤਨ ਦਰਬਾਰ ਦਾ ਪੈਸੇ ਵਟੋਰਦਾ, ਪੈਸੇ ਉੱਥੇ ਜਾ ਕੇ ਇਹਨਾਂ ਨੇ ਆਪਣੇ ਚੈਨਲ ਦੇ ਉੱਤੇ ਸਾਰੇ ਹੱਕ ਲੈ ਕੇ ਉੱਥੋਂ ਐਡਵਰਟਾਈਜ਼ਮੈਂਟ ਤੋਂ ਪੈਸੇ ਇਕੱਠੇ ਕਰਦੇ ਆ। ਸਾਧ ਸੰਗਤ ਜੀ, ਇਹ ਹਾਲਾਤ ਸਾਡੇ ਗੁਰੂ ਘਰ ਦੇ ਹੁੰਦੇ ਆ ਤੇ ਆਪਣੀ ਸੰਗਤ ਉੱਦਾਂ ਦੀ ਉੱਦਾਂ ਬੈਠੀ ਹੈ। ਚੋਣ ਹੋਏ ਨਾ ਹੋਏ ਅਵੇਸਲੇ ਆਪਾਂ ਬੈਠੇ ਆ। ਸਰਕਾਰਾਂ ਦੇ ਸਾਹਮਣੇ ਕੇਸ 100 ਪਾ ਲਓ। ਮੇਰਾ ਪਿਓ ਜੇਲ੍ਹ 'ਚ ਗਿਆ ਸੀਗਾ 5 ਸਾਲ, ਰਾਮ ਜੇਠ ਮਲਾਨੀ ਅਸੀਂ ਵਕੀਲ ਕੀਤਾ, ਬੜੀ ਵਿਦਵਾਨ ਗੱਲਾਂ ਕੀਤੀਆਂ ਉਹਨੇ, ਬਹੁਤ ਸਾਰਾ ਸਾਡਾ ਕਚਹਿਰੀਆਂ 'ਚ ਗੱਲਾਂ ਬਹਿਸਾਂ ਕੀਤੀਆਂ, ਪਰ ਕੋਈ ਨਤੀਜਾ ਨਹੀਂ ਨਿਕਲਿਆ। ਜਿੱਦਣ ਤਰਨਤਾਰਨ ਸਾਹਿਬ ਨੇ ਆਪਣੇ ਉਰੇ ਚੋਣ ਸਾਨੂੰ ਜਿਤਾਇਆ, ਉਦਣ ਨਾਲ ਦੀ ਨਾਲ ਪ੍ਰਧਾਨ ਸਾਹਿਬ ਬਾਹਰ ਹੋ ਗਏ। ਇਹ ਵਕੀਲਾਂ ਨੇ ਨਹੀਂ ਕੱਢੇ, ਇਹ ਸੰਗਤ ਦੇ ਮਤ ਨੇ ਕੱਢੇ। ਸਾਧ ਸੰਗਤ ਜੀ, ਜੇ ਗੁਰੂ ਸਾਹਿਬ ਦੀ ਦੇਖ ਰੇਖ ਕਰਨੀ ਹੈ, ਜੋ ਸਾਡਾ ਫਰਜ਼ ਹੈ, ਜੋ ਸਾਡਾ ਮੁੱਢਲਾ ਫਰਜ਼ ਹੈਗਾ, ਉਹਨੂੰ ਪੂਰਾ ਕਰਨਾ ਹੈ ਤਾਂ ਗੁਰੂ ਦੇ ਮਗਰ ਖੜਨਾ ਪੈਣਾ, ਤਾਕਤ ਦਿਖਾਣੀ ਪੈਣੀ ਹੈ। ਸਾਨੂੰ ਇਕੱਠੇ ਹੋ ਕੇ ਆਪਣੇ ਚੋਣਾਂ ਦੀ ਮੰਗ ਕਰਨੀ ਪੈਣੀ ਹੈ। ਜੇ ਉੱਥੇ ਆਪਾਂ 15 ਸਤੰਬਰ ਨੂੰ ਜਿਹੜਾ ਅੰਤਰਰਾਸ਼ਟਰੀ ਜਮਹੂਰੀਅਤ ਦਿਹਾੜਾ ਹੈ, ਜਿਹੜਾ ਯੂਨਾਈਟਿਡ ਨੇਸ਼ਨ ਨੇ ਸਾਰੇ ਵਿਸ਼ਵ 'ਚ ਮਨਾਉਣ ਦਾ ਹੁਕਮ ਕੀਤਾ ਹੈ, ਜਿਹੜਾ ਸਾਡੀ ਪਾਰਟੀ ਨੇ ਨਿਊਯਾਰਕ ਦੇ UN ਦੇ ਸਾਹਮਣੇ ਉੱਥੇ ਮੈਮੋਰੈਂਡਮ ਪੇਸ਼ ਕਰਨਾ, ਇਕੱਠ ਕਰਨਾ, ਜਨੀਵਾ 'ਚ ਕਰਨਾ, ਲੰਡਨ 'ਚ ਕਰਨਾ। ਜੇ ਅੰਮ੍ਰਿਤਸਰ ਸਾਹਿਬ ਸਾਡਾ ਇਕੱਠ ਨਾ ਹੋਇਆ ਤਾਂ ਗੁਰੂ ਸਾਹਿਬ ਦੇ ਮਗਰ ਚੋਣ ਨਹੀਂ ਹੋਣੇ। ਆਪਾਂ ਨੂੰ 15 ਸਤੰਬਰ ਨੂੰ ਜਿੱਡਾ ਵੱਡਾ ਇਕੱਠ ਉੱਥੇ ਕਰ ਸਕਦੇ ਆ, ਸਰਕਾਰਾਂ ਹਿਲਾ ਸਕਦੇ ਆ, ਉਹ ਸਾਡਾ ਮੁੱਢਲਾ ਫਰਜ਼ ਬਣਦਾ ਹੈਗਾ। ਅਸੀਂ ਗੁਰੂ ਕੇ ਸਿੱਖ ਕਹਾਉਂਦੇ ਆ, ਗੁਰੂ ਸਾਹਿਬ ਦੇ ਸਾਹਮਣੇ ਦੁੱਖ ਸੁੱਖ ਆਨੰਦ ਕਾਰਜ ਸ਼ੋਕ ਦੇ ਅਸੀਂ ਭੋਗ ਪਾਉਂਦੇ ਆ। ਉਹਨਾਂ ਦੇ ਬਚਨਾਂ ਅਧੀਨ ਅਸੀਂ ਆਪਦੀ ਜੂਨ ਬੀਤਦੇ ਆ, ਪਰ ਜਦ ਗੁਰੂ ਸਾਹਿਬ ਦਾ ਘਰ ਹੀ ਕਬਜ਼ੇ 'ਚ ਕਿਸੇ ਹੋਰ ਦੇ ਹੋਏ, ਫਿਰ ਸਾਡਾ ਫਰਜ਼ ਬਣਦਾ ਉਹਨਾਂ ਨੂੰ ਉੱਥੋਂ ਆਜ਼ਾਦ ਕਰਨਾ। ਸ਼ਾਂਤਮਈ ਰੂਪ ਦੇ ਵਿੱਚ ਇਕੱਠ ਕਰਕੇ ਜਿਹੜਾ ਹਰਿਮੰਦਰ ਸਾਹਿਬ ਦੇ ਸਾਹਮਣੇ ਗਲਿਆਰਾ ਹੈ, ਉੱਥੇ ਆਪਾਂ ਨੇ ਇਕੱਠੇ ਹੋ ਕੇ ਘੰਟਾ ਘਰ ਦੇ ਸਾਹਮਣੇ 15 ਤਰੀਕ ਨੂੰ ਜੇ ਦਿਖਾਤਾ ਕਿ ਗੁਰੂ ਕੀ ਸੰਗਤ ਗੁਰੂ ਦੇ ਨਾਲ ਹੈ, ਤਾਂ ਸਰਕਾਰਾਂ ਮਜਬੂਰ ਹੋਣਗੀਆਂ ਕਿ ਸਾਡੇ ਚੋਣ ਵੀ ਮਜਬੂਰ ਕਰਕੇ ਉਹ ਕਰਨਗੀਆਂ। ਸਾਧ ਸੰਗਤ ਜੀ, ਮੈਂ ਪੁੱਛਦਾ, ਜੇ 100 ਬੰਦਾ ਉੱਥੇ ਇਕੱਠਾ ਹੋ ਗਏ, ਸਰਕਾਰ ਹਿੱਲੂਗੀ? ਨਹੀਂ ਹਿਲਦੀ। ਜੇ ਉੱਥੇ 1000 ਬੰਦਾ ਇਕੱਠਾ ਹੋ ਜਾਏ, ਸਰਕਾਰ ਹਿੱਲੂਗੀ? ਨਹੀਂ ਹਿਲਦੀ। ਜੇ 10,000 ਹੋ ਜਾਏ, ਮਾੜਾ ਮੋਟਾ ਦੇਖ ਲੈਣਗੇ, ਪਰ ਹਿੱਲੂਗੀ? ਨਹੀਂ ਹਿੱਲੂਗੀ। ਜੇ ਲੱਖ ਬੰਦਾ ਉੱਥੇ ਇਕੱਠਾ ਹੁੰਦਾ ਹੈ, ਸਾਧ ਸੰਗਤ ਜੀ, ਲੱਖ ਬੰਦਾ ਦਾ ਮਤਲਬ ਤੁਸੀਂ ਤੇ ਮੈਂ, ਅਸੀਂ ਅੱਗੇ 10 ਬੰਦਿਆਂ ਨੂੰ ਕਹੀਏ, ਉਹ 10 ਬੰਦੇ ਹੋਰਾਂ ਨੂੰ ਕਹਿਣ, ਉਹ 10 ਬੰਦੇ ਹੋਰਾਂ ਨੂੰ ਕਹਿਣ, ਉਹ 10 ਬੰਦੇ ਹੋਰਾਂ ਨੂੰ ਕਹਿਣ, ਤਾਂ ਜਾ ਕੇ ਆਪਾਂ ਨੇੜੇ ਪਹੁੰਚਦੇ ਹਾਂ। ਕੱਲੇ ਬੰਦੇ ਨੇ ਜੇ ਜ਼ਿੰਮੇਵਾਰੀ ਸਿੰਘਣੀ ਨੇ ਚੱਕੀ, ਸਾਰੇ ਕਿਤੇ ਜਾ ਕੇ ਵੱਧ ਤੋਂ ਵੱਧ ਇਕੱਠ ਕਰੋਗੇ ਤਾਂ ਸਾਨੂੰ ਕੋਈ ਲੜਾਈ ਨਹੀਂ ਲੜਨੀ ਪੈਣੀ, ਸਾਨੂੰ ਹਥਿਆਰ ਨਹੀਂ ਚੱਕਣੇ ਪੈਣੇ। ਅਸੀਂ ਅਮਨ ਤੇ ਜਮਹੂਰੀਅਤ ਪਸੰਦ ਤਰੀਕੇ ਨਾਲ ਆਪਣੇ ਸੰਵਿਧਾਨਿਕ ਹੱਕ ਵਰਤਦਿਆਂ ਹੋਇਆਂ ਉੱਥੇ ਇਕੱਠ ਦੇ ਵਿੱਚ ਸਰਕਾਰਾਂ ਨੂੰ ਦੱਸ ਦਾਂਗੇ ਕਿ ਸਾਨੂੰ ਨਹੀਂ ਮਜਬੂਰ ਕਿ ਅਸੀਂ ਗੁਰੂ ਤੋਂ ਵਾਂਝੇ ਰੱਖੇ ਜਾਈਏ, ਸਾਨੂੰ ਨਹੀਂ ਮਜਬੂਰ ਕਿ ਗੁਰੂ ਸਾਡੇ ਮਤਦਾਨ ਤੋਂ ਬਾਹਰ ਰਹੇ, ਸਾਨੂੰ ਨਹੀਂ ਮਨਜ਼ੂਰ 328 ਸਰੂਪ ਸਾਡੇ ਲਾਪਤਾ ਹੋਣ, ਸਾਨੂੰ ਨਹੀਂ ਮਨਜ਼ੂਰ ਕਿ ਜੇ ਬਰਗਾੜੀ ਦੇ ਵਿੱਚ ਅੰਗ ਪਾੜ ਕੇ ਗਾਲ ਕੇ ਸਾੜ ਕੇ ਉੱਥੇ ਸੁੱਟੇ ਜਾਣ, ਉਹਦਾ ਇਨਸਾਫ ਨਾ ਮਿਲੇ, ਨੌਜਵਾਨ ਸਿੱਖਾਂ ਦਾ ਕਤਲ ਕੀਤਾ ਜਾਏ, ਉਹਦਾ ਇਨਸਾਫ ਨਾ ਮਿਲੇ। ਅਸੀਂ ਆਪਣੇ ਹੱਕਾਂ ਤੇ ਪਹਿਰਾ ਦੇਣ ਵਾਸਤੇ ਇੱਕ ਸਾਫ਼ ਸੁਥਰੀ ਬਿਲਕੁਲ ਵਧੀਆ SGPC ਚਲਾ ਕੇ ਸਾਡੇ ਮੁੱਦਿਆਂ ਤੇ ਪਹਿਰਾ ਦੇਵੇ, ਸਾਡੇ ਪਾਣੀਆਂ ਤੇ ਪੰਜਾਬੀ ਬੋਲਦੇ ਇਲਾਕਿਆਂ ਤੇ ਸਾਡੇ ਜਿਹੜੇ ਬੰਦੀ ਸਿੰਘ ਹੈ ਉਹਨਾਂ ਦੀ ਬੋਲ ਕਰੇ। ਹੁਣ ਕਹਿੰਦੇ ਆ ਕਿ ਜੰਤਰ ਮੰਤਰ ਅਸੀਂ ਇਕੱਠ ਕਰਾਂਗੇ। ਉਹ ਸੁਖਬੀਰ ਸਿੰਘ ਅਹੁਦੇ ਤੇ ਅਕਾਲ ਤਖਤ ਦੇ ਜਥੇਦਾਰ ਨੂੰ ਤੁਸੀਂ ਵੀ ਕਬੂਲ ਕਰੋ ਕਿ ਸਰ ਜਗਤਾਰ ਸਿੰਘ ਹਵਾਰਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੈ, ਤੁਸੀਂ ਇਲੈਕਸ਼ਨ ਲੜ ਲਏ ਇਹਨਾਂ ਦੇ ਸਿਰਾਂ ਤੇ, ਹੁਣ 2 ਅਹੁਦੇ ਇਹਨਾਂ ਨੂੰ। ਸਾਧ ਸੰਗਤ ਜੀ, ਆਪ ਦੀ ਪ੍ਰਧਾਨਗੀ ਛੱਡ ਕੇ ਉੱਥੇ ਰਾਜੋਆਣੇ ਨੂੰ ਬਿਠਾਏ। ਜੇ ਤੁਸੀਂ ਸਤਿਕਾਰ ਕਰਦੇ ਹੋ ਬੰਦੀ ਸਿੰਘਾਂ ਦੇ, ਫਿਰ ਇਹਨਾਂ ਨੂੰ ਜੋ ਤੁਹਾਡੇ ਹੱਥ 'ਚ ਹੈ ਉਹ ਫੜਾਓ।
ਐ ਨਹੀਂ ਕਿ ਇੱਥੇ ਚੋਣ ਲੜ ਲਿਆ, ਉਹਨਾਂ ਨੂੰ ਵਰਤ ਲਿਆ ਤੇ ਆਪ ਫਿਰ ਉਹੀ ਥਾਵਾਂ ਮੱਠੀ ਫਿਰਦੇ ਹੋ ਜਿਹਦੇ ਉੱਤੇ ਤੁਸੀਂ ਕਹਿੰਦੇ ਹੋ ਕਿ ਬੰਦੀ ਸਿੰਘਾਂ ਦਾ ਹੱਕ ਬਣਦਾ ਹੈਗਾ। ਸੋ ਸਾਧ ਸੰਗਤ ਜੀ, ਆਪਣਾ ਹੁਣ ਤੋਂ ਲੈ ਕੇ 15 ਸਤੰਬਰ ਤਾਈਂ ਕੰਮ ਬਹੁਤ ਹੈ। ਨਾਲ ਦੇ ਪਿੰਡਾਂ 'ਚ ਪ੍ਰਚਾਰ ਕਰਕੇ, ਨਾਲ ਦੇ ਨਗਰਾਂ 'ਚ, ਕਸਬਿਆਂ 'ਚ ਜੇ ਤੁਸੀਂ ਪ੍ਰੇਰਿਤ ਕਰੋਗੇ, ਜੇ ਤੁਸੀਂ ਲੋਕਾਂ ਨੂੰ ਤੋਰੋਗੇ ਤਾਂ ਹੀ ਤੁਹਾਡਾ ਉਹਦਾ ਇਕੱਠ ਹੋਊਗਾ ਜਿਹੜਾ ਜਾ ਕੇ ਇਹ ਸਰਕਾਰਾਂ ਗੂੰਗੀਆਂ ਬੋਲੀਆਂ ਨੂੰ ਦਿਖੂਗਾ, ਅੰਨੀਆਂ ਨੂੰ, ਔਰ ਸੁਣਨਗੇ ਤੇ ਬੋਲਣ ਤੇ ਮਜਬੂਰ ਹੋਣਗੇ। ਜਿਹੜੀ ਅਗਲੀ ਆਪਣੀ ਸਿਆਸੀ ਦੌਰ ਆਪਾਂ ਨੇ ਤੋਰਨਾ, ਜਿਹੜਾ ਅਸੀਂ ਗੁਰੂ ਨੂੰ ਇਨਸਾਫ ਦਿਵਾਉਣਾ, ਉਹ ਸਾਡੇ ਹੱਥਾਂ 'ਚ ਹੈ। ਇਹ ਸਰਕਾਰਾਂ ਨੇ ਕੱਖ ਨਹੀਂ ਕਰਨਾ। ਜ਼ਰੂਰ ਤੁਸੀਂ ਤਗੜੇ ਹੋ ਕੇ ਮੀਰੀ ਪੀਰੀ ਨੂੰ ਅਪਣਾ ਕੇ ਸਾਰੇ ਕਿਤੇ ਜਾ ਕੇ ਪ੍ਰਚਾਰ ਕਰੋ। 15 ਸਤੰਬਰ ਨੂੰ, 18 ਸਤੰਬਰ ਨੂੰ 2011 'ਚ ਪਿਛਲੇ ਚੋਣ ਹੋਏ ਸੀ, ਪੂਰੇ 11 ਸਾਲ ਹੋ ਜਾਣੇ ਆ, 3 ਦਿਨ ਘੱਟ। ਆਪਾਂ ਆਪਣੇ ਜਮਹੂਰੀਅਤ ਨੂੰ ਬਹਾਲ ਕਰੀਏ। ਜਿਹੜਾ ਦੇਸ਼ ਕਹਿੰਦਾ ਅਸੀਂ ਸਭ ਤੋਂ ਵੱਡੀ ਜਮਹੂਰੀਅਤ ਹੈ, ਪਰ ਸਾਡੇ ਸਿੱਖੀ ਦੀ ਜਮਹੂਰੀਅਤ ਭੰਗ ਕਰਦਾ ਹੈ। ਅੱਜ ਪ੍ਰਧਾਨ ਸਾਹਿਬ ਨੂੰ, ਸਰ ਸਿਮਰਨਜੀਤ ਸਿੰਘ ਮਾਨ ਨੂੰ 17ਵੀਂ ਲੋਕ ਸਭਾ 'ਚ ਭੇਜ ਰਹੇ ਹਾਂ, ਪਰ 1952 ਤੋਂ ਬਾਅਦ ਜਿਹੜੇ ਚੋਣ ਹੋਏ ਆ SGPC ਦੇ ਕਿੰਨੇ ਹੋਏ ਆ? ਸਿਰਫ ਤੇ ਸਿਰਫ 8 ਚੋਣ ਹੋਏ ਆ, 8। ਤੁਹਾਡੀ ਜਮਹੂਰੀਅਤ ਬਿਲਕੁਲ ਖਤਮ ਕਰ ਰਹੇ ਆ, ਤੁਹਾਡਾ ਗੁਰੂ ਨਾਲ ਮੇਲ ਬਿਲਕੁਲ ਖਤਮ ਕਰ ਰਹੇ ਆ। ਆਪਣਾ ਆਹ ਸੋਚ ਵਧਾਈ ਜਾਂਦੇ ਆ, ਆਪਣੇ ਚੋਣ ਲੜਾਈ ਜਾਂਦੇ ਆ। ਬਹੁਤ ਜ਼ਰੂਰੀ ਹੈ ਸਿੱਖ ਕੌਮ ਨੂੰ ਕਿ ਆਪਾਂ ਆਪਣੇ ਗੁਰੂ ਘਰ ਨੂੰ ਆਜ਼ਾਦ ਕਰੀਏ। ਇਹ ਬੇਨਤੀਆਂ ਕਰਦਾ ਮੈਂ ਨੰਗਲ ਪਿੰਡ ਦਾ, ਸਰ ਅਮਰੀਕ ਸਿੰਘ ਦਾ, ਜਥੇਬੰਦੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਇੱਥੋਂ ਅਸੀਂ ਆਪਣੇ ਕਾਰਜਕਾਰੀ ਸ਼ੁਰੂ ਕੀਤੀ ਹੈ। ਇਹ ਕੱਲੇ ਕੱਲੇ ਪਿੰਡ ਗੁਰੂ ਘਰ 'ਚ ਪ੍ਰਚਾਰ ਹੋਣਾ ਚਾਹੀਦਾ ਹੈ। 15 ਤਰੀਕ ਤਾਈਂ ਆਪਾਂ ਨੂੰ ਆਪਾਂ ਇਸ ਮੌਕੇ ਤੇ ਸਾਡੇ ਸੁਰਗਵਾਸੀ ਸਰ ਪ੍ਰਗਟ ਸਿੰਘ ਜੀ ਪੁੱਤਰ ਸਰ ਅਮਰੀਕ ਸਿੰਘ ਜੀ, ਜੋ 4/6 ਨੂੰ ਇਲੈਕਸ਼ਨਾਂ ਦੇ ਦੌਰਾਨ ਗੁਰੂ ਨੂੰ ਪਿਆਰੇ ਹੋ ਗਏ ਸੀ, ਉਹਨਾਂ ਨੂੰ ਵੀ ਯਾਦ ਰੱਖਦੇ ਹਾਂ ਤੇ ਆਸ ਰੱਖਦੇ ਹਾਂ ਗੁਰੂ ਮਹਾਰਾਜ ਉਹਨਾਂ ਨੂੰ ਚਰਨਾਂ 'ਚ ਨਿਵਾਸ ਬਖਸ਼ ਕੇ ਇੱਥੇ ਘਰ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ, ਭਾਣਾ ਮੰਨਣ ਦਾ ਬਲ ਬਖਸ਼ੇ, ਔਰ ਦਿਨ ਰਾਤ ਗੁਰੂ ਸਾਹਿਬ ਘਰ ਦੇ ਨਾਲ ਰਹਿਣ, ਸਮੂਹ ਨਗਰ ਨਾਲ ਰਹਿਣ, ਸੰਗਤ ਨਾਲ ਰਹਿਣ। ਇਹ ਬੇਨਤੀਆਂ ਕਰਦਾ ਆਗਿਆ ਮੰਗਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਬਹੁਤ ਬਹੁਤ ਧੰਨਵਾਦ ਸੰਗਤਾਂ ਦਾ, ਸਾਰਿਆਂ ਦਾ, ਮਾਨ ਸਿੰਘ ਮਾਨ ਜੀ ਦਾ, ਸਰਦਾਰ ਸਿਮਰ ਸਿੰਘ ਦੇ ਬੇਟੇ ਜੀ ਦਾ, ਜਿਨ੍ਹਾਂ ਨੇ ਇਹ ਗਰੀਬਾਂ ਦੇ ਨਗਰ 'ਚ ਇਲਾਕੇ 'ਚ ਆਣ ਕੇ ਤੇ ਆਪਣੀ ਸਮੂਲੀਅਤ ਕੀਤੀ ਹੈ। ਇਹਨਾਂ ਨੂੰ ਸਮੇਂ ਦੇ ਹਿਸਾਬ ਨਾਲ ਤਹਿਸੀਲ ਦਾ ਇਹ ਨਗਰ ਦੀ ਕੁਰਬਾਨੀ ਦੱਸੀ ਜਾਏਗੀ। ਅੰਗਰੇਜ਼ਾਂ ਨੂੰ ਕੱਢਣ ਵਾਸਤੇ ਇਸ ਨਗਰ ਦੇ 35-36 ਬੰਦੇ ਜਿਹੜੇ ਹੈਗੇ ਨੇ, ਆਜ਼ਾਦੀ ਘੁਲਾਟੀਏ, ਆਜ਼ਾਦੀ ਸਾਨੂੰ ਤੇ ਮਿਲੀ ਨਹੀਂ। ਇਸ ਸੰਘਰਸ਼ ਦੇ ਵਿੱਚ ਇਸ ਨਗਰ ਦੇ 5 ਸਿੰਘ ਸ਼ਹੀਦ ਹੋਏ ਨੇ। ਇਹ ਸ਼ਹੀਦਾਂ ਦਾ ਤੇ ਆਪ ਜੀ ਦੀ ਜਿਹੜੀ ਸੋਚ ਆ ਪ੍ਰਧਾਨ ਸਿੰਘ ਮਾਨ ਦੇ, ਉਹਦੇ ਨਾਲ ਚਟਾਨ ਵਾਂਗੂ ਹਰਦਮ ਖੜੇ ਆ। ਜੋ ਆਪ ਜੀ ਦਾ ਹੁਕਮ ਹੈ ਉਹਦੇ ਤੇ ਫੁੱਲ ਚਾੜੇ ਜਾਣਗੇ, ਸਾਰੀਆਂ ਸੰਗਤਾਂ ਚਾੜਨਗੀਆਂ। ਇੰਨੀਆਂ ਬੇਨਤੀਆਂ ਸਾਰੀਆਂ ਸੰਗਤਾਂ ਨੇ ਫੁਲਕਾ ਪਾਣੀ ਘਰੋਂ ਛਕ ਕੇ ਤੇ ਫਿਰ ਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਕਾਰਾ ਛੱਡੋ ਇਹਨਾਂ ਰੂਪ ਗਾਇਬ ਹੋ ਜਾਣੇ, ਇਨਕੁਆਇਰੀ ਕਰਕੇ ਕਿਸੇ ਨੂੰ ਸਜ਼ਾ ਨਹੀਂ ਦੇਣੀ, ਕ੍ਰਿਮੀਨਲ ਕੇਸ ਕਿਸੇ ਤੇ ਨਹੀਂ ਪਾਣਾ, ਆਪਸ 'ਚ ਮਿਲੀ ਭੁਗਤ ਨਾਲ ਇਹ ਸਾਰਾ ਮਸਲਾ ਰਫਾ ਦਫਾ ਕਰ ਦੇਣਾ। ਸੁਖਬੀਰ ਦੇ ਚਹੇਤੇ ਸੁਰਿੰਦਰਪਾਲ ਸਿੰਘ ਕੋਹਲੀ, ਉਹਦੇ ਉੱਤੇ ਕੋਈ ਕੇਸ ਨਾ ਪਾਣਾ, ਜਿਹਨੇ ਖੁਦ ਲਿਖਤ ਰੂਪ 'ਤੇ ਬਿਆਨ ਦਿੱਤਾ ਕਿ ਮੈਂ ਕੋਈ ਆਡਿਟ ਨਹੀਂ ਕਰਾਇਆ, ਜਦ ਕਿ 10 ਕਰੋੜ ਰੁਪਈਆ ਉਹਨੂੰ SGPC ਨੇ ਤਨਖਾਹ 'ਚ ਦਿੱਤਾ ਆਡਿਟ ਕਰਨ ਦਾ। ਇਸ ਤੋਂ ਇਲਾਵਾ ਜਿਹੜੇ ਗੁਰੂ ਘਰ ਦੇ ਵਿੱਚ ਫੈਸਲੇ ਲਿੱਤੇ ਗਏ ਹੈ ਕਿ ਆ ਜਿਹੜਾ ਬਨੌਟੀ ਸਾਧ ਹੈ ਉਹਦੇ ਮਾਫੀਨਾਮੇ ਤੇ 90 ਲੱਖ ਖਰਚ ਦੇਣਾ, ਬੰਦੀ ਸਿੰਘਾਂ ਦੀ ਗੱਲ ਕਰਕੇ ਅੱਗੇ ਬਿਲਕੁਲ ਚੁੱਪ ਹੋ ਜਾਣਾ, 10 ਲੱਖ ਰੁਪਈਆ
ਬੀਬੀ ਨੂੰ ਦੇ ਦੇਣਾ, ਪਰ ਇਹ ਨਹੀਂ ਸਿਆਣਨਾ ਕਿ ਸਰ ਸਿਮਰਨਜੀਤ ਸਿੰਘ ਮਾਨ ਵੀ ਬੰਦੀ ਸਿੰਘ ਰਹਿ ਚੁੱਕੇ ਹੈ। ਇਹ ਜਿਹੜੀਆਂ ਗੁਰੂ ਘਰ ਦੇ ਵਿੱਚ ਚੋਰੀਆਂ, ਪੈਸੇ ਦੀ ਦੁਰਵਰਤੋਂ, ਆਪਾਂ ਪ੍ਰਚਾਰ ਜਦ ਸਿੰਘ ਸਭਾ ਲਹਿਰ ਤੁਰੀ ਸੀ, ਖਾਲਸਾ ਅਖਬਾਰ ਉਹਨਾਂ ਨੇ ਸਥਾਪਿਤ ਕੀਤਾ ਸੀ ਪ੍ਰਚਾਰ ਵਾਸਤੇ। ਅੱਜ SGPC ਕੋਲੇ ਕੋਈ ਵੀ ਇਹੋ ਜਿਹਾ ਚੈਨਲ ਨਹੀਂ ਹੈਗਾ। ਉਹਦੇ ਉੱਤੇ ਹਿੰਦੂ ਸਾਧ ਤੁਹਾਨੂੰ ਮਿਲ ਜਾਣਗੇ ਚੈਨਲਾਂ 'ਤੇ, ਈਸਾਈ ਸਾਧ ਤੁਹਾਨੂੰ ਮਿਲ ਜਾਣਗੇ ਚੈਨਲਾਂ 'ਤੇ, ਪਰ ਗੁਰਸਿੱਖੀ ਪ੍ਰਚਾਰ ਕਰਨ ਵਾਸਤੇ SGPC ਕੋਲੇ ਕੋਈ ਚੈਨਲ ਵੀ ਨਹੀਂ ਹੈਗਾ। PTC ਜ਼ਰਾ ਦੜ ਗੁਰੂ ਕੀ ਬਾਣੀ, ਗੁਰੂ ਕੇ ਕੀਰਤਨ ਦਰਬਾਰ, ਉਹਨਾਂ ਨੂੰ ਪ੍ਰਸਾਰ ਕਰਕੇ ਆਪਣੇ ਫਾਇਦੇ ਲੈ ਰਿਹਾ ਹੈਗਾ, ਐਡਵਰਟਾਈਜ਼ਮੈਂਟ ਦੇ ਪੈਸੇ ਬਟੋਰ ਰਿਹਾ ਹੈਗਾ, ਬਾਦਲਾਂ ਦੀਆਂ ਮਸ਼ਹੂਰੀਆਂ ਕਰ ਰਿਹਾ ਹੈਗਾ, ਪਰ ਆਪਣੇ ਗੁਰੂ ਘਰ ਦੇ ਵਿੱਚ ਕੋਈ ਵੀ ਪ੍ਰਚਾਰ ਦੇ ਸਾਧਨ ਹੈ ਨਹੀਂ ਗੇ। ਸਭ ਲੁੱਟ ਇਹਨਾਂ ਦੇ ਕੋਲ ਜਾਈ ਜਾ ਰਹੀ ਹੈਗੀ ਹੈ। ਜ਼ਮੀਨਾਂ ਕਬਜ਼ੇ 'ਤੇ ਕੀਤੀਆਂ ਗਈਆਂ ਹੈਗੀਆਂ, ਔਰ ਇਹ ਇਸ ਕਰਕੇ ਹੈ ਕਿਉਂਕਿ ਘਰ 'ਚ ਸਫਾਈ ਹੋਣ ਦੇ ਕੋਈ ਸੈਂਟਰ ਦੀ ਸਰਕਾਰ ਨੇ ਚੋਣ ਨਹੀਂ ਕਰਾਏ ਹੈਗੇ। 11 ਸਾਲ ਹੋ ਗਏ ਲਗਾਤਾਰ ਬਿਨਾਂ ਚੋਣ ਤੋਂ ਇਹੀ ਮਹੰਤਾ ਮਸੰਦਾਂ ਨੂੰ ਸੈਂਟਰ ਥਾਪੜੀ ਦੇ ਕੇ ਲਿਫਾਫਿਆਂ 'ਚੋਂ ਕੱਢ ਕੇ ਸਾਡੇ ਗੁਰੂ ਘਰ ਨੂੰ ਖੋਰ ਇਹਨਾਂ ਨੇ ਖਤਮ ਕਰਨ ਦਾ ਯਤਨ ਕੀਤਾ ਹੋਇਆ। ਅੱਜ ਉਰੇ ਅਸੀਂ ਆਪਣੇ ਜਮਹੂਰੀਅਤ ਹੱਕ, ਸਾਡਾ ਜਿਹੜਾ ਬਣਤਰ, ਜਿਹੜਾ ਗੁਰੂ ਸਾਹਿਬ ਨੇ ਕਿਹਾ ਸੰਗਤ ਮੇਰੀ ਨੂੰ 21 ਵਿਸਵੇ ਦਿੰਦਾ ਹੈ, ਆਪ 20 ਵਿਸਵੇ ਰੱਖੇ, ਸਾਨੂੰ ਮਾਨਤਾ ਦਿੱਤੀ ਹੈ। ਉਸ ਮਹਾਨ ਸੰਗਤ ਨੂੰ ਜਾਗਰੂਕ ਕਰਨ ਆਏ ਹੈ ਕਿ ਸਾਡੀ ਗੁਰੂ ਘਰ ਦੀ ਸੰਭਾਲ ਬੜੇ ਮਾੜੇ ਹਾਲਾਤ 'ਚ ਹੈਗੀ ਹੈ। ਉਹ ਇਸ ਕਰਕੇ ਹੈ ਕਿਉਂਕਿ ਤੁਸੀਂ ਉੱਥੇ ਆਪਣਾ ਹੱਕ ਨਹੀਂ ਮੰਗ ਰਹੇ ਹੈਗੇ ਜੋ ਕਿ ਸਾਡੇ ਚੋਣ ਹੈਗੇ। ਇਸ ਕਰਕੇ ਅਸੀਂ ਆਏ। ਜਿਹੜੇ ਜਾਗਰੂਕ ਮੁਹਿੰਮ ਆ, ਜਿਵੇਂ ਤੁਸੀਂ ਜਾਗਰੂਕ ਕਰਨ ਜਾ ਰਹੇ ਹੋ, ਉਹਦੇ ਵਿੱਚ ਜਿਵੇਂ ਇਹ ਮੁੱਦੇ ਗੱਲ ਕੀਤੀ ਤੁਸੀਂ, ਇਹ ਚੋਣ ਕਮੇਟੀ ਦੀਆਂ ਚੋਣਾਂ 'ਚ ਕਰੋਗੇ ਜਾਂ ਉਸ ਤੋਂ ਪਹਿਲਾਂ ਵੀ ਲੋਕਾਂ ਨੂੰ ਪਿੰਡ ਕੋਈ ਮੁਹਿੰਮ ਚਲਾਓਗੇ ਜੀ? ਅੱਜ ਉਹੀ ਮੁਹਿੰਮ ਦੇ ਦਾਇਰੇ ਅਸੀਂ ਆਏ ਹਾਂ। ਕੱਲ ਅਸੀਂ 3 ਨਗਰਾਂ ਦੇ ਵਿੱਚ ਗੁਰਦਾਸਪੁਰ 'ਚ ਗਏ ਸੀ। ਉਸ ਤੋਂ ਪਹਿਲਾਂ ਅਸੀਂ ਬਾਬਾ ਬਕਾਲਾ ਸਾਹਿਬ ਇਹ ਮੁਹਿੰਮ ਨੂੰ ਤੋਰਿਆ। ਅੱਜ ਇਹ ਤੀਜਾ ਦਿਨ ਹੈ। ਇਸ ਤੋਂ ਬਾਅਦ ਸਾਡੇ ਮਜੀਠੀਆ ਵਾਲੇ ਜਥੇਦਾਰ ਕਹਿੰਦੇ ਆ ਹਰੇਕ ਪਿੰਡ 'ਚ ਅਸੀਂ ਜਾ ਕੇ ਉੱਥੇ ਆਪਣਾ ਇਸ ਮੁਹਿੰਮ ਦਾ ਪ੍ਰਚਾਰ ਕਰਨਾ। 15 ਸਤੰਬਰ ਅੰਤਰਰਾਸ਼ਟਰੀ ਜਮਹੂਰੀਅਤ ਪਸੰਦ ਦੇ ਯੂਨਾਈਟਿਡ ਨੇਸ਼ਨ ਨੇ ਰੱਖਿਆ ਹੋਇਆ। 15 ਸਤੰਬਰ ਦੇ ਨੇੜੇ 18 ਸਤੰਬਰ ਨੂੰ ਪਿਛਲੀ ਵਾਰੀ 2011 ਦੇ ਵਿੱਚ ਚੋਣ ਹੋਏ ਸੀਗੇ। 11 ਸਾਲ ਹੋ ਜਾਣੇ ਆ ਬਿਨਾਂ ਚੋਣ ਤੋਂ ਜਿਹੜਾ ਗੁਰੂ ਘਰ ਚੱਲ ਰਿਹਾ ਹੈਗਾ। ਇਹ ਇੰਟਰਨੈਸ਼ਨਲ ਜਮਹੂਰੀਅਤ ਦਿਹਾੜਾ ਮਨਾਉਣ ਵਾਸਤੇ ਅਸੀਂ ਹਰੇਕ ਨੂੰ ਪ੍ਰੇਰਿਤ ਕਰ ਰਹੇ ਹਾਂ। ਉੱਥੇ ਮੈਂ ਸਮਝਦਾ ਕਿ ਜੇ 100-200 ਬੰਦਾ ਪਹੁੰਚਦਾ ਹਰਿਮੰਦਰ ਸਾਹਿਬ, ਸਰਕਾਰ ਦੇ ਉੱਤੇ ਕੋਈ ਅਸਰ ਨਹੀਂ ਪੈਣਾ। 1000-2000 ਪਹੁੰਚਦਾ ਕੋਈ ਅਸਰ ਨਹੀਂ ਪੈਣਾ। 20000 ਪਹੁੰਚੇ ਕੋਈ ਅਸਰ ਨਹੀਂ ਪੈਣਾ। ਜਿੰਨੀ ਦੇਰ ਕੱਲਾ ਜਿਹੜਾ ਗੁਰੂ ਸਾਹਿਬ ਦੇ ਹਾਲਾਤ 'ਤੇ ਕੋਈ ਤਰਸ ਰੱਖਦਾ, ਜਿਹੜੇ ਗੁਰੂ ਨੇ ਕੁਰਬਾਨੀਆਂ ਦੇ ਕੇ ਤੱਤੇ ਤਵਿਆਂ 'ਤੇ ਚੜ੍ਹਾ ਕੇ ਸੀਸ ਆਪਦੇ ਵਢਾ ਕੇ ਸਰਬੰਸ ਦਾਨ ਕਰਕੇ ਇਸ ਕੌਮ ਨੂੰ ਪਾਲਿਆ ਆਪਣੇ ਖੂਨ ਨਾਲ, ਉਹ ਕੌਮ ਜੇ ਉੱਠ ਕੇ ਆਪਦੇ ਗੁਰੂ ਦੇ ਮਗਰ ਨਹੀਂ ਆਊਗੀ 15 ਸਤੰਬਰ ਨੂੰ, ਤਾਂ ਫਿਰ ਇਹ ਸਰਕਾਰਾਂ ਬਿਲਕੁਲ ਨਹੀਂ ਹਿੱਲਣੀਆਂ। ਇਹਨਾਂ ਨੇ ਉੱਦਾਂ ਦੇ ਉੱਦਾਂ ਸਾਡੇ ਗੁਰੂ ਘਰਾਂ ਦੇ ਕਰਦੇ। ਸਤੰਬਰ ਰੱਖਿਆ ਕਿੱਥੇ ਜੀ ਹੈ? ਜਿਹੜਾ ਕਿੱਥੇ ਮਨਾਉਣਾ ਕਿੱਥੇ ਹੈ? ਹਰਿਮੰਦਰ ਸਾਹਿਬ ਵਿਖੇ, ਜਿਹੜਾ ਸਾਹਮਣੇ ਗੇਟ ਤੇ ਮੰਜੀ ਸਾਹਿਬ ਜਾਂ ਕਿੱਥੇ? ਨਹੀਂ, ਬਿਲਕੁਲ ਬਾਹਰ ਹਰਿਮੰਦਰ ਸਾਹਿਬ ਦੇ ਘੰਟਾ ਘਰ ਹਾਂਜੀ ਬਾਹਰ। ਉਹ ਜਿਹੜਾ ਪਲਾਜ਼ਾ ਅੱਜ ਜਿੱਥੇ ਤੁਸੀਂ ਪਿੰਡ ਨੰਗਲ ਵੰਝਾਂ ਵਾਲੇ ਦੇ ਵਿੱਚ ਪਹੁੰਚੇ ਹੋ, ਸੋ ਮੈਂ ਇੱਥੇ ਅੱਜ ਇੱਕ ਗੱਲ ਕਰਨੀ ਚਾਹੁੰਦਾ ਹਾਂ ਕਿ ਅੱਜ ਜਿਹੜਾ ਹਰਿਆਣਾ ਸਟੇਟ ਦੇ ਮੁੱਖ ਮੰਤਰੀ ਖੱਟੜ ਸਾਹਿਬ ਤੇ ਪੰਜਾਬ ਸਟੇਟ ਦੇ ਜਿਹੜੇ ਮੁੱਖ ਮੰਤਰੀ ਮਾਨ ਸਾਹਿਬ ਆ, ਉਹਨਾਂ ਵੱਲੋਂ ਇੱਕ ਮੰਗ ਕੀਤੀ ਗਈ ਆ ਕੇਂਦਰ ਸਰਕਾਰ ਦੇ ਕੋਲ ਕਿ ਸਾਨੂੰ ਵਿਧਾਨ ਸਭਾ ਬਣਾਉਣ ਵਾਸਤੇ ਚੰਡੀਗੜ੍ਹ ਦੇ ਵਿੱਚ ਜਗ੍ਹਾ ਦਿੱਤੀ ਜਾਏ। ਕਿੱਥੋਂ ਤੱਕ ਜਾਇਜ਼ ਆ ਤੇ ਠੀਕ ਹੈ? ਜਦ ਚੰਡੀਗੜ੍ਹ ਬਣਿਆ ਸੀਗਾ, ਨਹਿਰੂ ਨੇ ਵਾਅਦਾ ਕੀਤਾ ਸੀ ਅਸੀਂ ਲਾਹੌਰ ਦੀ ਥਾਂ ਪੰਜਾਬ ਨੂੰ ਇੱਕ ਕੈਪੀਟਲ ਦੇਵਾਂਗੇ। ਇਹ ਐਡੇ ਵਚਨਾਂ ਤੋਂ ਪੁੱਠੇ ਨਿਕਲੇ, ਇੰਨੀ ਗੰਦੀ ਇਹਨਾਂ ਦੀ ਬੋਲੀ। ਇਹਨਾਂ ਨੇ ਚੱਕ ਕੇ ਪੰਜਾਬ ਦਾ ਜਿਹੜਾ ਕੈਪੀਟਲ ਆ ਉੱਥੇ ਤੁਸੀਂ ਦੇਖੋ ਕੋਈ ਸਾਈਨ ਤੁਹਾਨੂੰ ਪੰਜਾਬੀ 'ਚ ਨਹੀਂ ਮਿਲੂਗਾ। ਉੱਥੇ ਤੁਹਾਨੂੰ ਸਾਰੇ ਜਿਹੜੇ ਪੁਲਿਸ ਵਾਲੇ ਹੋਣਗੇ ਹਰਿਆਣੇ ਦੇ ਭਰਤੀ ਦੇ ਮਿਲਣਗੇ। ਉੱਥੇ
ਜਿਹੜੇ ਤੁਹਾਡੇ ਸਕੂਲ ਆ ਉੱਥੇ ਹਿੰਦੀ ਜ਼ਿਆਦਾ ਬੋਲੀ ਜਾਊਗੀ। ਉਸ ਕੈਪੀਟਲ ਨੂੰ ਪੰਜਾਬ ਤੋਂ ਜਮਾਂ ਵਾਂਝਾ ਕਰਕੇ ਇਹਨਾਂ ਨੇ ਰੱਖਿਆ। ਇਹ ਜਿਹੜੀ ਸੈਂਟਰ ਦੀ ਨੀਤ ਹੈ ਭੁੱਲਿਓ ਨਾ, ਅਮਿਤ ਸ਼ਾਹ ਨੇ ਆ ਕੇ ਉਹ ਜਿਹੜਾ ਨੀਂਹ ਪੱਥਰ ਹੈਗਾ ਇਹਨਾਂ ਦੇ ਵਿਧਾਨ ਸਭਾ ਦਾ ਉਹਨੇ ਧਰਾਇਆ ਚੰਡੀਗੜ੍ਹ 'ਚ। ਜਿਹੜੀ ਸੈਂਟਰ ਦੀ ਨੀਤ ਨਹਿਰੂ ਤੋਂ ਲੈ ਕੇ ਮੋਦੀ ਤਾਈਂ ਚੱਲਦੀ ਆ ਰਹੀ ਹੈ ਉਹ ਪੰਜਾਬ ਦੇ ਹੱਕ ਤੋਂ ਬਿਲਕੁਲ ਵਾਂਝੀ ਹੈ। ਉੱਥੇ ਸਾਡਾ ਜਿਹੜਾ ਗਵਰਨਰ ਦਾ ਹਾਊਸ ਹੈ ਉਹ ਚੀਫ ਮਿਨਿਸਟਰ ਪੰਜਾਬ ਦਾ ਹੋਣਾ ਚਾਹੀਦਾ ਸੀ। ਜਿਹੜਾ ਹਰਿਆਣੇ ਦੇ ਗਵਰਨਰ ਦਾ ਹਾਊਸ ਹੈ ਉਹ ਗਵਰਨਰ ਆਫ ਪੰਜਾਬ ਦਾ ਹਾਊਸ ਹੋਣਾ ਚਾਹੀਦਾ ਸੀਗਾ। ਉਹ ਬਣਿਆ ਹੀ ਇੱਦਾਂ ਸੀਗਾ ਤੇ ਅੱਜ ਇਹਨਾਂ ਨੇ ਸਾਰਾ ਕੁਝ ਲੁੱਟ ਕੇ ਸੈਂਟਰ ਰਾਹੀਂ ਹੱਥ ਮਲ ਕੇ ਸਾਰਾ ਕੁਝ ਲਈ ਜਾਂਦਾ ਹੈ। ਇੱਥੋਂ ਸਾਡੀ ਸੰਝੌਲੀ ਤੋਂ ਪਾਣੀ ਦੀਆਂ ਪਾਈਪਾਂ ਕੱਢੀਆਂ, ਉਹਦੀ ਕੋਈ ਐਗਰੀਮੈਂਟ ਨਹੀਂ ਹੋਈ ਹੈ। ਉਹ ਪਾਣੀ ਚੋਰੀ ਕਰਕੇ ਪੰਜਾਬ ਦਾ ਉੱਥੇ ਪਿਆਉਂਦੇ ਆ, ਹੱਕ ਸਾਰੇ ਹਰਿਆਣੇ ਨੂੰ ਦੇਈ ਜਾਂਦੇ ਆ। ਘੱਗਰ ਨਦੀ 'ਚ ਜਿਹੜਾ ਪਾਣੀ ਆਉਂਦਾ ਜਿਹੜਾ ਕੈਸ਼ਮੈਂਟ ਏਰੀਆ ਉੱਤੇ ਹੈਗਾ ਉਹਦਾ ਕੋਈ ਡੈਮ ਬਣਾ ਕੇ ਇੱਥੇ ਪਾਣੀ ਨਹੀਂ ਪਹੁੰਚਾਇਆ। ਅੱਜ ਘੱਗਰ ਨਦੀ ਬਹਿੰਦੀ ਸਾਡੇ ਸੁਨਾਮ ਹਲਕੇ ਦੇ ਵਿੱਚ ਲਹਿਰੇ ਗਾਗੇ 'ਚ ਹੜ੍ਹ ਲੈ ਕੇ ਆਉਂਦੀ ਹੈ ਕਿਉਂਕਿ ਹਰਿਆਣਾ ਅੱਗੇ ਆਪਣੀ ਨਦੀ ਬੰਨ੍ਹ ਨਹੀਂ ਲਾ ਰਿਹਾ, ਪਿੱਛੇ ਰੋਕ ਦਿੰਦਾ ਪਾਣੀ, ਉਹਦੇ ਨਾਲ ਪੰਜਾਬ 'ਚ ਹੜ੍ਹ ਆਉਂਦੇ ਆ। ਇਹ ਕਹਿੰਦੇ ਆ ਕਿ ਸਾਨੂੰ ਸਤਲੁਜ ਲਿੰਕ ਕਰਕੇ ਦਿਓ, ਪਰ ਜਿਹੜਾ ਘੱਗਰ ਦਾ ਇਹਨਾਂ ਦਾ ਰਾਈਪੇਰੀਅਨ ਪਾਣੀ ਹੈ ਉਹਨੂੰ ਵਰਤਦੇ ਨਹੀਂ ਹੈਗੇ। ਇਹ ਇੱਕ ਬਹੁਤ ਭੱਦੀ ਸਿਆਸਤ ਹੈ। ਖੱਟਰ ਇੱਕ ਕੱਟਰਵਾਦੀ RSS ਦਾ ਬੰਦਾ ਹੈ ਜਿਹੜੀ ਆਪਦੇ ਮਾਂ ਦੀ ਬੋਲੀ ਤੋਂ ਵਾਂਝਾ ਹੈ, ਜਿਹੜੀ ਆਪਦੀ ਮਾਂ ਦੀ ਬੋਲੀ ਨੂੰ ਨਹੀਂ ਬੋਲਣ ਨੂੰ ਤਿਆਰ ਹੈਗਾ। ਪੰਜਾਬੀ ਹੋ ਕੇ ਆਪਦੀ ਮਾਂ ਨੂੰ ਠੋਕਰ ਮਾਰ ਕੇ ਇਹ ਜਾ ਕੇ ਸੌਤਣ ਦੇ ਗੋਦੀ 'ਚ ਬਹਿੰਦਾ ਹੈਗਾ। ਇਹੋ ਜਿਹੀ ਨੀਤ ਜਿਹੜੀ ਚੱਲ ਰਹੀ ਹੈਗੀ ਹੈ ਇਹ ਹੁਣ ਸੈਂਟਰ ਦੀ ਹੈ ਤੇ ਹਰਿਆਣੇ ਦੀ ਹੈ ਤੇ ਅਸੀਂ ਸਮਝਦੇ ਹਾਂ ਕਿ ਇਹ ਜਿੰਨੀ ਦੇਰ ਕੋਈ ਤਗੜੀ ਸਰਕਾਰ ਆਪਣੇ ਹੱਕਾਂ 'ਤੇ ਖੜਨ ਨੂੰ ਉਰੇ ਸਥਾਪਿਤ ਨਹੀਂ ਹੁੰਦੀ, ਲਗਾਤਾਰ ਅਸੀਂ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਕਪੂਰੀ 'ਤੇ ਟੱਕ ਮਾਰ ਕੇ ਸਾਡੇ ਪਾਣੀ ਦੇ ਤੇ, ਜਿਸ ਤਰ੍ਹਾਂ ਬਾਦਲ ਸਾਹਿਬ ਨੇ ਜਾ ਕੇ ਬਾਲਾਸਰ ਫਾਰਮ ਆਪਣੇ ਖਰੀਦ ਲਏ, ਹਰਿਆਣੇ 'ਚ ਆਪਣੇ ਗੁੜਗਾਉਂ ਦੇ ਵਿੱਚ ਹੋਟਲ ਲੈ ਕੇ ਆਪਣੀਆਂ ਜਾਇਦਾਦਾਂ ਵਧਾਤੀਆਂ। ਕਿ ਹੁਣ ਗਲਤੀ ਸਾਡੀ ਹੈ, ਅਸੀਂ ਜੇ ਲੋਕਾਂ 'ਚ ਨਾ ਵਿਚਰੇ ਤਾਂ ਲੋਕਾਂ ਦੀ ਇਸ 'ਚ ਕੋਈ ਗਲਤੀ ਨਹੀਂ ਹੈਗੀ। ਇੰਨਾ ਪਿਆਰ ਸਤਿਕਾਰ ਮਿਲ ਰਿਹਾ ਕਿ ਜੇ ਹੁਣ ਅਸੀਂ ਸਾਡੇ ਤੋਂ ਘਾਟ ਹੋ ਸਕਦੀ ਹੈ, ਲੋਕਾਂ 'ਚ ਕੋਈ ਘਾਟ ਨਹੀਂ। ਅੱਛਾ ਮਾਨ ਸਾਹਿਬ, ਜਿਸ ਤਰ੍ਹਾਂ ਪਹਿਲੇ ਤੁਹਾਡਾ ਬੰਦੀ ਸਿੰਘਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਹੋਰ ਜਥੇਬੰਦੀਆਂ ਨਾਲ ਸਾਂਝ ਰਹੀ ਆ, ਹੁਣ ਸ਼੍ਰੋਮਣੀ ਕਮੇਟੀ ਜਿਹੜੀਆਂ ਇਲੈਕਸ਼ਨ ਸੰਗਰੂਰ ਦੀਆਂ ਹੋਣੀਆਂ ਇਹ ਹੋ ਗਈਆਂ। ਕੱਲ ਕੋਰ ਕਮੇਟੀ ਦੀ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹੋਈ ਆ, ਉਹਦੇ ਵਿੱਚ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ 19 ਤਰੀਕ ਨੂੰ ਜੰਤਰ ਮੰਤਰ ਵਿਖੇ ਧਰਨਾ ਦੇਣ ਦੀ ਗੱਲ ਕੀਤੀ ਆ ਬਾਦਲ ਸਾਹਿਬ ਨੇ। ਤੇ ਤੁਸੀਂ ਵੀ ਜਿਹੜੀ ਆ ਬੰਦੀ ਸਿੱਖਾਂ ਦੀ ਰਿਹਾਈ ਦੀ ਗੱਲ ਕਰਦੇ ਹੋ ਕਿ ਤੁਸੀਂ ਆਪਣੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 19 ਤਰੀਕ ਨੂੰ ਜਿਹੜਾ ਧਰਨਾ ਜੰਤਰ ਮੰਤਰ ਤੇ ਦਿੱਤਾ ਜਾ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਉਹਦੇ ਵਿੱਚ ਸ਼ਾਮਲ ਹੋਵੋਗੇ? ਅਸੀਂ ਮੰਗ ਕਰਦੇ ਹਾਂ ਕਿ ਅਕਾਲੀ ਦਲ ਨੇ ਬੀੜਾ ਚੱਕਿਆ ਸੀਗਾ ਕਿ ਬੰਦੀ ਸਿੰਘਾਂ ਨੂੰ ਉੱਚ ਅਹੁਦੇ ਤੇ ਬਿਠਾਉਣ। ਉਹਨਾਂ ਨੇ ਇਲੈਕਸ਼ਨ 'ਚ ਵੀ ਇਸ ਮੁੱਦੇ ਤੇ ਇਲੈਕਸ਼ਨ ਲੜਿਆ ਸੀ। ਅਸੀਂ ਹੁਣ ਮੰਗ ਕਰਦੇ ਹਾਂ ਕਿ ਸਮਾਂ ਆ ਗਿਆ ਜਿਹੜਾ ਸਰਬੱਤ ਖਾਲਸੇ ਦਾ ਅਕਾਲ ਤਖਤ ਦਾ ਜਥੇਦਾਰ ਨਿਯੁਕਤ ਕੀਤਾ ਸੀ, ਅੱਜ ਇਹ ਵੀ ਉਹਨਾਂ ਨੂੰ ਅਪਣਾਉਣ। 24 ਅਕਤੂਬਰ ਬੰਦੀ ਛੋੜ ਦਿਹਾੜੇ ਦੇ ਉੱਤੇ ਸਾਡੀ ਮੰਗ ਹੈ ਕਿ ਭਾਈ ਹਵਾਰਾ ਸਾਹਿਬ ਨੂੰ ਅਕਾਲ ਤਖਤ ਦਾ ਜਥੇਦਾਰ ਸਾਹਿਬ ਨਿਯੁਕਤ ਕੀਤਾ ਜਾਏ, ਉਹ ਬੰਦੀ ਸਿੰਘ ਨੂੰ ਉੱਚ ਅਹੁਦੇ ਤੇ ਬਿਠਾਇਆ ਜਾਏ। ਰਾਜੋਆਣਾ ਸਾਹਿਬ ਬੰਦੀ ਸਿੰਘ ਹੈ। ਅਸੀਂ ਮੰਗ ਕਰਦੇ ਹਾਂ ਕਿ 19 ਤਰੀਕ ਨੂੰ ਜੰਤਰ ਮੰਤਰ ਤੇ ਉਹਨਾਂ ਨੂੰ ਪ੍ਰਧਾਨ ਅਕਾਲੀ ਦਲ ਬਾਦਲ ਦਾ ਨਿਯੁਕਤ ਕੀਤਾ ਜਾਏ। ਜਿਹੜੇ ਹੋਰ ਸਾਡੇ ਬੰਦੀ ਸਿੰਘ ਹੈ ਕੱਲੇ ਤਖਤਾਂ ਤੇ ਉਹਨਾਂ ਨੂੰ ਜਥੇਦਾਰ ਨਿਯੁਕਤ ਕੀਤਾ ਜਾਏ। ਸੀਨੀਅਰ ਮੀਤ ਪ੍ਰਧਾਨ ਅਕਾਲੀ ਦਲ ਬਾਦਲ ਦਾ ਬੰਦੀ ਸਿੰਘ ਬਣਾਇਆ ਜਾਏ। ਜਨਰਲ ਸਕੱਤਰ ਬੰਦੀ ਸਿੰਘ ਬਣਾਏ ਜਾਣ। ਕੱਲੇ ਬੰਦੀ ਸਿੰਘ ਨੂੰ ਇਹ ਪਾਰਟੀ ਹੁਣ ਆਪਣਾ ਵਾਅਦਾ ਪੂਰਾ ਕਰੇ। ਜੰਤਰ ਮੰਤਰ ਤੇ ਬੈਠ ਕੇ ਕੁਝ ਨਹੀਂ ਹੋਣ ਲੱਗਿਆ। ਤੇ ਮਾਨ ਸਾਹਿਬ ਹੁਣ ਫਿਰ 1800 ਚੁੱਕ ਰਹੇ ਜੀ ਤੇ ਸਰ ਸਿਮਰਨਜੀਤ ਸਿੰਘ ਮਾਨ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੇ ਪੁੱਛਿਆ ਮੈਂ ਕੀ ਕਰਾਂ। ਉਹਨਾਂ ਨੇ ਕਿਹਾ ਤੁਸੀਂ ਬਿਨਾਂ ਕਿਰਪਾਨ ਤੋਂ ਜਾ ਸਕਦੇ ਹੋ, ਪਰ ਉਹਦੇ ਵਿੱਚ ਜਿਹੜੀ ਘਾਟ ਸਾਨੂੰ ਪਈ ਹੈ, ਹਰਿਆਣੇ 'ਚ ਭਰਤੀ ਹੁੰਦੀ ਹੈ ਕੜੇ ਲਾਉਣ ਨੂੰ ਕਹਿ ਦਿੰਦੇ ਆ, ਹਰਿਆਣੇ 'ਚ ਭਰਤੀ ਹੁੰਦੀ ਹੈ ਦਸਤਾਰਾਂ ਨੂੰ ਫਰੋਲਦੇ ਹੈਗੇ ਆ, ਹਰਿਆਣੇ 'ਚ ਭਰਤੀ ਹੁੰਦੀ ਹੈਗੀ ਆ। ਤੁਹਾਡੇ ਕੱਲੇ ਚਿੰਨ੍ਹ ਗੁਰਸਿੱਖੀ ਦੇ ਹੁਣ ਉਹ ਸ਼ਿਕਾਰ ਬਣ ਗਏ ਆ। ਜਦ ਤੁਸੀਂ ਆਪਣੇ ਹੱਕ ਤੇ ਪਹਿਰਾ ਨਹੀਂ ਦਿੱਤਾ, ਜਿਹੜਾ ਲਿਖਤ ਰੂਪ 'ਚ
ਤੁਹਾਨੂੰ ਸੰਵਿਧਾਨ 'ਚ ਮਿਲਿਆ ਹੋਇਆ ਸੀਗਾ। ਸੋ ਸਰ ਸਿਮਰਨਜੀਤ ਸਿੰਘ ਮਾਨ ਆਪਣੇ ਕੌਮ ਦਾ ਕਹਿਣਾ ਮੰਨ ਕੇ ਆਪਣੀ ਸ੍ਰੀ ਸਾਹਿਬ ਛੱਡ ਕੇ ਆਪਣੇ ਪਾਰਲੀਮੈਂਟ 'ਚ ਹੱਕ ਗਵਾਉਂਦੇ ਹੋਏ ਇਹ ਕੌਮ ਦਾ ਕਹਿਣਾ ਮੰਨਦੇ ਪਹੁੰਚਣਗੇ। ਇਹਦਾ ਘਾਟ ਕੌਮ ਦਾ ਹੈ।